बंधन अनेक बार, सर्व कला समरथ डोलन ते राखो प्रभु, नानक दे कर हाथ। जाही कुल ते प्रगट होय, ताही कुल को नाम। पुन द्वादश गोरिंड को मेरी है प्रणाम। माता की आशीष, माता की आशीष पूता, 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 माता की आशीष, पूता माता की आशीष, निमक न बिसरो तुमको हर हर, सदा पजो जगदीश। निमक न बिसरो तुमको हर हर, सदा पजो जगदीश। निमक न बिसरो तुमको हर हर, सदा भजो जगदीश। निमक न बिसरो तुमको हर हर, सदा भजो जगदीश। सदा पजो जगदीश, सदा पजो जगदीश, सदा भजो जगदीश, सदा भजो जगदीश, सदा पजो जगदीश, सदा पजो जगदीश, सदा भजो जगदीश, सदा भजो जगदीश।
सदा पजो जगदीश सदा बजाओ जगदीश सदा बजाओ जगदीश माता की आशीष पूता माता की आशीष माता की आशीष पूता माता की आशीष 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 ਸਤਿਗੁਰੂ ਜੀ ਦੇ ਪਾਵਨ ਅਤੇ ਪਵਿੱਤਰ ਦਰਬਾਰ ਦੇ ਵਿੱਚ ਜਿੰਨੇ ਕੁ ਮਾਈ ਭਾਈ ਆਪਾਂ ਸਤ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਹਾਂ, ਆਪੋ ਆਪਣੀ ਮਨ ਚਿਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ, ਰਸਨਾ ਨੂੰ ਪਵਿੱਤਰ ਕਰਨ ਵਾਸਤੇ ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਮੌਕੇ ਦੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਇੱਕ ਵਾਰ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਅੱਜ ਆਪਾਂ ਸਾਰੇ ਇੱਕ ਐਸੀ ਧਰਮਾਤਮਾ ਮਾਤਾ ਦੀ ਯਾਦ ਵਿੱਚ ਜੁੜ ਬੈਠੇ ਹਾਂ, ਜਿਸ ਮਾਤਾ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਕੀਤੀ, ਘਾਲਣਾ ਕੀਤੀ, ਬਹੁਤ ਜ਼ਿਆਦਾ ਨਾਮ ਜਪਿਆ, ਨਾਮ ਜਪ ਕੇ ਸੇਵਾ ਕਰਕੇ ਗੁਰੂ ਘਰ ਦੀ ਆਪਣੇ ਜੀਵਨ ਨੂੰ ਸਫਲਾ ਬਣਾਇਆ। ਆਪਣਾ ਜੀਵਨ ਤੇ ਇਸ ਮਾਤਾ ਰਾਜਵੰਤ ਕੌਰ ਨੇ ਸਫਲਾ ਕੀਤਾ ਹੀ, ਆਪਣੀ ਸੰਤਾਨ ਨੂੰ ਵੀ ਉਸ ਰਸਤੇ ਤੇ, ਆਪਣੀ ਸੰਤਾਨ ਨੂੰ ਵੀ ਇਸ ਮਾਤਾ ਨੇ ਧਰਮੀ ਬਣਾਇਆ, ਧਰਮ ਦੇ ਰਸਤੇ ਤੇ ਤੋਰਿਆ। ਮੈਂ ਅਰਜ਼ ਕਰਾਂ, ਇੱਕ ਇਸਤਰੀ ਦੇ ਸਾਡੇ ਸਾਹਮਣੇ ਤਿੰਨ ਰੂਪ ਆਉਂਦੇ ਨੇ। ਇਸਤਰੀ ਦਾ ਪਹਿਲਾ ਰੂਪ ਆ ਪੁੱਤਰੀ ਦੇ ਰੂਪ ਦੇ ਵਿੱਚ, ਬੇਟੀ ਦੇ ਰੂਪ ਦੇ ਵਿੱਚ, ਧੀ ਦੇ ਰੂਪ ਦੇ ਵਿੱਚ। ਜਦੋਂ ਇੱਕ ਇਸਤਰੀ ਧੀ ਦੇ ਰੂਪ ਦੇ ਵਿੱਚ ਆ, ਉਹਦੇ ਕੁਝ ਹੋਰ ਫਰਜ਼ ਨੇ। ਆਪਣੇ ਪੇਕੇ ਘਰ ਰਹਿੰਦਿਆਂ ਆਪਣੀ ਮਾਤਾ ਦੇ ਕੋਲੋਂ ਸਹੁਰੇ ਘਰ ਜਾਣ ਵਾਸਤੇ ਗੁਣ ਸਿੱਖਣੇ ਨੇ। ਕਿਸ ਤਰ੍ਹਾਂ ਸਹੁਰੇ ਘਰ ਜਾ ਕੇ ਸੱਸ ਤੇ ਸਹੁਰੇ ਦੀ ਸੇਵਾ ਕਰਨੀ ਹੈ, ਪਤੀ ਦੇ ਹੁਕਮ ਦੇ ਵਿੱਚ ਰਹਿਣਾ ਹੈ। ਘਰ ਦੇ ਹੋਰ ਬਹੁਤ ਸਾਰੇ ਕੰਮਕਾਰ ਜਿਹੜੇ ਨੇ ਉਹ ਧੀ ਆਪਣੇ ਪੇਕੇ ਘਰ ਰਹਿ ਕੇ ਸਿੱਖਦੀ ਹੈ। ਤੇ ਜਿਹੜੀਆਂ ਧੀਆਂ ਆਪਣੇ ਪੇਕੇ ਘਰ ਰਹਿ ਕੇ ਕੰਮਕਾਰ ਸਿੱਖਦੀਆਂ ਨੇ, ਗੁਣ ਸਿੱਖਦੀਆਂ ਨੇ, ਗੁਣ ਅਰਜਿਤ ਕਰਦੀਆਂ ਨੇ, ਉਹ ਸਹੁਰੇ ਘਰ ਜਾ ਕੇ ਮਾਣ ਤੇ ਵਡਿਆਈ ਪ੍ਰਾਪਤ ਕਰਦੀਆਂ ਨੇ। ਤੇ ਜਿਹੜੀਆਂ ਧੀਆਂ ਪੇਕੇ ਘਰ ਰਹਿ ਕੇ ਕੋਈ ਗੁਣ ਨਹੀਂ ਸਿੱਖਦੀਆਂ, ਉਹ ਸਹੁਰੇ ਘਰ ਜਾ ਕੇ ਉਹਨਾਂ ਨੂੰ ਔਖਾ ਹੋਣਾ ਪੈਂਦਾ। ਜਦੋਂ ਇੱਕ ਧੀ ਦੀ ਸ਼ਾਦੀ ਹੁੰਦੀ ਹੈ, ਵਿਆਹ ਹੁੰਦਾ ਹੈ, ਇਸ ਇਸਤਰੀ ਦਾ ਦੂਸਰਾ ਰੂਪ ਸਾਡੇ ਸਾਹਮਣੇ ਆਉਂਦਾ ਹੈ, ਪਤਨੀ ਦਾ। ਪਤਨੀ ਦੇ ਵਿੱਚ ਜਦੋਂ ਪਤਨੀ ਦੇ ਰੂਪ ਦੇ ਵਿੱਚ ਇਸਤਰੀ ਆ ਜਾਂਦੀ ਏ, ਉਦੋਂ ਇਹਦੇ ਫਰਜ਼ ਕੁਝ ਹੋਰ ਵੱਧ ਜਾਂਦੇ ਨੇ। ਆਪਣੇ ਪਤੀ ਦੇ ਹੁਕਮ ਨੂੰ ਸੱਤ ਕਰਕੇ ਮੰਨਣ ਵਾਲੀ ਇਸਤਰੀ ਨੂੰ ਸਾਡੇ ਗੁਰਬਾਣੀ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਸਤਵੰਤੀ ਆਖਿਆ। ਪਤੀ ਦੇ ਹੁਕਮ ਨੂੰ ਸੱਤ ਕਰਕੇ ਮੰਨਣ ਵਾਲੀ ਇਸਤਰੀ ਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਵਿੱਚ ਸੁਹਾਗਵਤੀ ਦਾ ਦਰਜਾ ਦਿੱਤਾ ਹੈ। ਪਤਨੀ ਹੋਵੇ ਤੇ ਸੀਤਾ ਵਰਗੀ। ਜਦੋਂ ਭਗਵਾਨ ਰਾਮਚੰਦਰ ਬਨਵਾਸ ਨੂੰ ਚੱਲੇ ਨੇ, 14 ਸਾਲ ਬਨ ਵਿੱਚ ਰਹਿਣਾ ਹੁਕਮ ਹੋਇਆ। ਭਗਵਾਨ ਰਾਮਚੰਦਰ ਸਾਧੂਆਂ ਵਾਲੇ ਕੱਪੜੇ ਪਾ ਕੇ ਤਿਆਰ ਹੋਏ ਨੇ, ਬਨ ਨੂੰ ਚੱਲੇ ਨੇ। ਤੇ ਜਦੋਂ ਸੀਤਾ ਨੂੰ ਪਤਾ ਲੱਗਾ ਕਿ ਮੇਰਾ ਪਤੀ ਪਰਮੇਸ਼ਰ ਜਿਹੜਾ ਜੰਗਲ ਨੂੰ ਚੱਲਿਆ 14 ਸਾਲਾਂ ਵਾਸਤੇ, ਤੇ ਮੈਂ ਇੱਥੇ ਰਹਿ ਕੇ ਕੀ ਕਰਨਾ। ਪਤਨੀ ਦੀ ਉਸ ਵੇਲੇ ਪ੍ਰੀਖਿਆ ਦਾ ਸਮਾਂ ਹੈ, ਜਦੋਂ ਪਤੀ ਉੱਤੇ ਗਰੀਬੀ ਆਉਂਦੀ ਹੈ। ਅਮੀਰੀ ਦੇ ਵਿੱਚ ਤੇ ਸਾਰੀਆਂ ਖੁਸ਼ ਰਹਿੰਦੀਆਂ ਨੇ। ਜਿਹੜੀ ਪਤਨੀ ਗਰੀਬੀ ਦੇ ਵਿੱਚ ਜਦੋਂ ਕਿਤੇ ਪਤੀ ਦੇ ਉੱਤੇ ਸੰਕਟ ਆਉਂਦਾ ਹੈ, ਜਦੋਂ ਕਸ਼ਟ ਆਉਂਦਾ ਹੈ, ਉਸ ਵੇਲੇ ਪਤਨੀ ਦੀ ਪ੍ਰੀਖਿਆ ਹੁੰਦੀ ਹੈ। ਜਦੋਂ ਕਿਤੇ ਪਤੀ ਦੇ ਉੱਤੇ ਗਰੀਬੀ ਆ ਜਾਵੇ, ਕੋਈ ਕਸ਼ਟ ਆ ਜਾਵੇ, ਪਤਨੀ ਇਹ ਨਹੀਂ ਕਿ ਆਪਣਾ ਬੈਗ ਪੈਕ ਕੀਤਾ ਤੇ ਉਹ ਬੱਸ ਤੇ ਬਹਿ ਕੇ ਤੇ ਆਪਣੇ ਪੇਕੇ ਘਰ ਚਲੀ ਗਈ। ਨਹੀਂ, ਇਹ ਪਤਨੀ ਦਾ ਫਰਜ਼ ਨਹੀਂ। ਸੀਤਾ ਤਿਆਰ ਹੋ ਕੇ ਆਈ,
ਸਾਧੂਆਂ ਵਾਲੇ ਕੱਪੜੇ ਪਾਏ ਹੋਏ ਨੇ। ਭਗਵਾਨ ਰਾਮਚੰਦਰ ਨੇ ਸੀਤਾ ਨੂੰ ਆਖਿਆ, ਸੀਤਾ ਵੇਖ, ਜੰਗਲ ਦੇ ਵਿੱਚ ਬੜੇ ਕਸ਼ਟ ਨੇ, ਬੜੇ ਦੁੱਖ ਨੇ, ਸੱਪ ਨੇ, ਹਾਥੀ ਨੇ, ਬਿੱਛੂ ਨੇ, ਪਤਾ ਨਹੀਂ ਪ੍ਰਸ਼ਾਦਾ ਮਿਲਣਾ ਕਿ ਨਹੀਂ ਮਿਲਣਾ, ਭੁੱਖੇ ਰਹਿਣਾ ਪੈਣਾ। ਤੂੰ ਇੱਥੇ ਰਹਿ, ਮਹਿਲਾਂ ਦੇ ਸੁੱਖ ਭੋਗ। ਜੇ ਤੂੰ ਕਹਿੰਦੀ ਏ ਤੇ ਮੈਂ ਤੈਨੂੰ ਤੇਰੇ ਪੇਕੇ ਰਾਜੇ ਜਨਕ ਦੇ ਕੋਲ ਛੱਡ ਆਉਣਾ, ਕਿਉਂਕਿ ਤੂੰ ਸ਼ੁਰੂ ਤੋਂ ਰਾਜ ਮਹਿਲਾਂ ਦੇ ਵਿੱਚ ਪਲੀ ਏ, ਤੇਰੇ ਕੋਲੋਂ ਜੰਗਲ ਦੇ ਦੁੱਖ ਨਹੀਂ ਸਹੇ ਜਾਣੇ। ਹਨੂਮਾਨ ਨਾਟਕ ਦੇ ਕਰਤਾ ਪੰਡਤ ਹਿਰਦੇ ਰਾਮ ਲਿਖਦੇ ਨੇ, ਉਸ ਵੇਲੇ ਸੀਤਾ ਨੇ ਬੇਨਤੀ ਕੀਤੀ, ਮਹਾਰਾਜ ਪਾਤ ਫਲ ਖਾऊं, ਸਿੰਘ ਸਾਂਪ ਤੇ ਡਰਾਉ ਨਾਹੀ, ਜੂਠਨ ਚਬਾਉ ਜੋ ਨਾ ਦੇਹੋਂ ਮਰ ਜਾऊं, ਕਠਨਾਈ ਸਭ ਜੀ ਸਹੋਂ। ਸੱਚੇ ਪਾਤਸ਼ਾਹ, ਮੈਂ ਤੁਹਾਡੀ ਜੂਠ ਖਾ ਕੇ ਗੁਜ਼ਾਰਾ ਕਰ ਲਵਾਂਗੀ, ਫਲ ਪੱਤੇ ਖਾ ਕੇ ਗੁਜ਼ਾਰਾ ਕਰ ਲਵਾਂਗੀ, ਮੈਂ ਸ਼ੇਰਾਂ ਤੋਂ ਸੱਪਾਂ ਤੋਂ ਵੀ ਨਹੀਂ ਡਰਾਂਗੀ। ਸੱਚੇ ਪਾਤਸ਼ਾਹ, ਮੈਂ ਸਾਰੇ ਦੁੱਖ ਆਪਣੇ ਉੱਤੇ ਸਹਿਣ ਕਰ ਲਵਾਂਗੀ, ਪਰ ਮੇਰਾ ਸੁੱਖ ਜਿਹੜਾ ਉਹ ਤੁਹਾਡੇ ਚਰਨਾਂ ਦੇ ਵਿੱਚ ਆ, ਮੈਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰੋ। ਇਹ ਆ ਪਤਨੀ ਦਾ ਫਰਜ਼। ਇੱਕ ਪਤਨੀ ਜਦੋਂ ਕਿਸੇ ਬਾਲਕ ਨੂੰ ਜਨਮ ਦਿੰਦੀ ਏ, ਉਦੋਂ ਇਹਦਾ ਤੀਸਰਾ ਰੂਪ ਸਾਹਮਣੇ ਆਉਂਦਾ, ਮਾਂ ਦਾ ਰੂਪ। ਪਰ ਮਾਂ ਜਦੋਂ ਕਿਸੇ ਬਾਲਕ ਨੂੰ, ਕਿਸੇ ਬੱਚੇ ਨੂੰ, ਕਿਸੇ ਪੁੱਤਰੀ ਨੂੰ ਜਨਮ ਦਿੰਦੀ ਏ, ਉਦੋਂ ਇਹਦੇ ਕੁਝ ਫਰਜ਼ ਲਿਖੇ ਨੇ ਇਤਿਹਾਸ ਵਿੱਚ, ਸ਼ਾਸਤਰਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ ਮਾਂ ਦੇ ਕੁਝ ਫਰਜ਼ ਲਿਖੇ ਹੋਏ ਨੇ। ਇਹ ਨਹੀਂ ਕਿ ਪੁੱਤਰ ਪੈਦਾ ਕਰ ਦਿੱਤਾ ਤੇ ਬਸ। ਮਾਂ ਦੇ ਕੁਝ ਫਰਜ਼ ਨੇ, ਆਪਣੇ ਪੁੱਤਰ ਨੂੰ ਉਹ ਧਰਮੀ ਬਣਾਵੇ, ਆਪਣੇ ਪੁੱਤਰ ਨੂੰ ਸੂਰਮਾ ਬਣਾਵੇ, ਆਪਣੇ ਪੁੱਤਰ ਨੂੰ ਨਾਮ ਜਪਣ ਵਾਲਾ, ਆਪਣੇ ਪੁੱਤਰ ਨੂੰ ਸੇਵਾ ਕਰਨ ਵਾਲਾ ਬਣਾਵੇ। ਉਹਨਾਂ ਮਾਵਾਂ ਨੂੰ ਗੁਰਬਾਣੀ ਅੰਦਰ, ਸ਼ਾਸਤਰਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ ਉਹਨਾਂ ਮਾਵਾਂ ਨੂੰ ਧੰਨ ਆਖਿਆ ਗਿਆ, ਜਿਨ੍ਹਾਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਧਰਮ ਦੇ ਰਸਤੇ ਤੇ ਤੋਰਿਆ, ਆਪਣੇ ਪੁੱਤਰਾਂ ਨੂੰ ਭਗਤ ਬਣਾਇਆ, ਆਪਣੇ ਪੁੱਤਰਾਂ ਨੂੰ ਸੂਰਮੇ ਬਣਾਇਆ, ਆਪਣੇ ਪੁੱਤਰਾਂ ਨੂੰ ਦਾਨੀ ਜਿਨ੍ਹਾਂ ਮਾਵਾਂ ਨੇ ਬਣਾਇਆ, ਉਹਨਾਂ ਮਾਵਾਂ ਨੂੰ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਗੁਰਬਾਣੀ ਵਿੱਚ ਉਹਨਾਂ ਨੂੰ ਧੰਤਾਂ ਦੇ ਯੋਗ ਆਖਿਆ। ਪੜ੍ਹੋ ਗੁਰਬਾਣੀ, ਬਾਬਾ ਫਰੀਦ ਇਸਲਾਮ ਧਰਮ ਦੇ ਪ੍ਰਚਾਰਕ ਕੀ ਆਂਦੇ ਨੇ ਇਹੋ ਜਿਹੀਆਂ ਮਾਵਾਂ ਵਾਸਤੇ। ਬਾਬਾ ਫਰੀਦ ਆਂਦੇ ਨੇ, ਰੱਤੇ ਇਸਕ ਖੁਦਾਏ ਰੰਗ ਦੀਦਾਰ ਕੇ, ਆਪ ਲੀਏ ਲੜ ਲਾਏ ਦਰ ਦਰ ਵੇਸ ਸੇ। ਆਂਦੇ ਨੇ ਉਹਨਾਂ ਦਾ ਆਉਣਾ ਸੰਸਾਰ ਤੇ ਸਫਲ ਆ, ਜਿਹੜੇ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ, ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ। ਰੱਤੇ ਇਸਕ ਖੁਦਾਏ ਰੰਗ ਦੀਦਾਰ ਕੇ, ਬਾਬਾ ਫਰੀਦ ਆਂਦੇ ਨੇ ਇਹੋ ਜਿਹੇ ਬੰਦਿਆਂ ਦੀਆਂ ਮਾਵਾਂ ਜਿਹੜੀਆਂ ਨੇ, ਉਹ ਮਾਵਾਂ ਵੀ ਧੰਤਾ ਦੇ ਯੋਗ ਨੇ। ਬਾਬਾ ਫਰੀਦ ਕੀ ਆਂਦੇ ਨੇ ਐਉਂ ਕਰਕੇ, ਹਾਂਜੀ ਆਏ ਸਫਲ ਸੇ ਤਿਨ ਤਨ ਜਣੇ ਦੀ ਮਾਓ, 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 ਹਾਂ ਤਨ ਜਣੇ ਦੀ ਮਾਓ, 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 ਆਏ ਸਫਲ ਸੇ ਤਿਨ 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 ਤਨ ਜਣੇ ਦੀ ਮਾਓ। ਬਾਬਾ ਫਰੀਦ ਆਂਦੇ ਨੇ ਆਏ ਸਫਲ ਸੇ ਤਿੰਨ ਧਨ ਜਣੇ ਦੀ ਮਾਓ, ਆਏ ਸਫਲ ਸੇ, ਉਹਨਾਂ ਦਾ ਆਉਣਾ ਸੰਸਾਰ ਤੇ ਸਫਲ ਹੋ ਗਿਆ। ਕਿੰਨਾ ਦਾ ਆਂਦੇ ਨੇ, ਰੱਤੇ ਇਸਕ ਖੁਦਾਏ ਰੰਗ ਦੀਦਾਰ ਕੇ, ਜਿਹੜੇ ਪਰਮੇਸ਼ਰ ਦੇ ਰੰਗ ਦੇ ਵਿੱਚ ਜਿਹੜੇ ਲੋਕ ਰੰਗੇ ਹੋਏ ਨੇ, ਉਹਨਾਂ ਦਾ ਆਉਣਾ ਸੰਸਾਰ ਤੇ ਸਫਲ ਹੋ ਗਿਆ। ਤੇ ਉਹਨਾਂ ਦੀਆਂ ਮਾਵਾਂ ਵੀ ਜਿਹੜੀਆਂ ਨੇ ਉਹ ਵੀ ਧਨ ਨੇ।
ਜਿਨ੍ਹਾਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਧਰਮ ਦੇ ਰਸਤੇ ਤੇ ਤੋਰਿਆ, ਜਿਨ੍ਹਾਂ ਮਾਵਾਂ ਨੇ ਧਰਮੀ ਪੁੱਤਰਾਂ ਨੂੰ ਜਨਮ ਦਿੱਤਾ। ਭਾਵਰਸਾ ਅੰਮ੍ਰਿਤ ਦੇ ਕਰਤਾ ਪੰਡਤ ਗੁਲਾਬ ਸਿੰਘ ਜੀ ਨਿਰਮਲੇ ਸਾਧੂ, ਉਹ ਆਪਣੇ ਇੱਕ ਸਵਈਏ ਦੇ ਵਿੱਚ ਲਿਖਦੇ ਨੇ, ਆਂਦੇ ਨੇ ਮਾਤਾ 3 ਪੁੱਤਰਾਂ ਨੂੰ ਪੈਦਾ ਕਰੇ, 3 ਪੁੱਤਰ ਪੈਦਾ ਕਰੇ ਸੰਸਾਰ ਤੇ ਕਿਹੜੇ। ਪਹਿਲੇ ਨੰਬਰ ਤੇ ਪੰਡਤ ਗੁਲਾਬ ਸਿੰਘ ਜੀ ਆਂਦੇ ਨੇ, ਹਰ ਨਾਮ ਭਜੇ ਜਗ ਭੀਤਰ ਜੋ ਜਨਨੀ ਯਾ ਬਿਦ ਸੁਤ ਕੋ ਉਪਜਾਏ। ਜਨਨੀ ਯਾ ਤੇ ਇਹ ਪੁੱਤਰ ਪੈਦਾ ਕਰੇ ਸੰਸਾਰ ਤੇ ਆ ਕੇ, ਉਹ ਪਰਮੇਸ਼ਰ ਦਾ ਨਾਮ ਜਪੇ, ਹਰੀ ਦਾ ਨਾਮ ਜਪੇ। ਜਗ ਨਾਮ ਹਰ ਨਾਮ ਭਜੇ ਜਗ ਭੀਤਰ ਜੋ ਜਨਨੀ ਯਾ ਬਿਦ ਸੁਤ ਕੋ ਉਪਜਾਏ। ਅਥਵਾ ਜਨਨੀ ਸੁਤ ਸੋਈ ਜਨੇ ਰਣ ਭੀਤਰ ਜੋ ਅਰ ਕੇ ਦਲ ਘਾਏ। ਦੂਜੇ ਨੰਬਰ ਤੇ ਜਨਨੀ ਇਹੋ ਜਿਹਾ ਸੂਰਮਾ ਪੁੱਤਰ ਪੈਦਾ ਕਰੇ, ਮੈਦਾਨੇ ਜੰਗ ਦੇ ਵਿੱਚ ਜਾ ਕੇ ਰਣ ਭੀਤਰ ਦੇ ਵਿੱਚ ਉਹ ਵੈਰੀਆਂ ਦੇ ਆਹੂ ਲਾ ਦੇ, ਵੈਰੀਆਂ ਦੇ ਦਲ ਖਤਮ ਕਰ ਦੇ, ਨਾਸ ਕਰ ਦੇ ਵੈਰੀਆਂ ਦਾ। ਪਹਿਲੇ ਨੰਬਰ ਤੇ ਕੋਈ ਨਾਮ ਜਪਣ ਵਾਲਾ ਪੈਦਾ ਕਰੇ, ਜਾਂ ਕੋਈ ਸੂਰਮਾ ਪੈਦਾ ਕਰੇ, ਜਾਂ ਤੀਸਰੇ ਨੰਬਰ ਤੇ ਭਾਵਰਸਾ ਅੰਮ੍ਰਿਤ ਦੇ ਕਰਤਾ ਪੰਡਤ ਗੁਲਾਬ ਸਿੰਘ ਜੀ ਆਂਦੇ ਨੇ, ਸਿਰ ਲਓ ਦਾਨ ਕਰੇ ਜਗ ਮੈਂ ਸੁਭ ਜਨਨੀ ਯਾ ਬਿਦ ਸੁਤ ਕੋ ਉਪਜਾਏ। ਜਾਂ ਤੇ ਕੋਈ ਇਹੋ ਜਿਹਾ ਦਾਨੀ ਪੁੱਤਰ ਪੈਦਾ ਕਰੇ ਸੰਸਾਰ ਦੇ ਵਿੱਚ, ਇੰਨਾ ਉਹ ਦਾਨੀ ਹੋਵੇ ਕਿ ਜੇ ਉਹਦੇ ਸਿਰ ਦੀ ਵੀ ਲੋੜ ਪਵੇ ਤੇ ਆਪਣਾ ਸਿਰ ਤੱਕ ਉਹ ਦਾਨ ਕਰ ਦੇ। ਪਹਿਲੇ ਨੰਬਰ ਤੇ ਕੋਈ ਨਾਮ ਜਪਣ ਵਾਲਾ ਪੈਦਾ ਕਰੇ, ਦੂਸਰੇ ਨੰਬਰ ਤੇ ਕੋਈ ਸੂਰਮਾ ਪੈਦਾ ਕਰੇ, ਤੀਜੇ ਨੰਬਰ ਤੇ ਕੋਈ ਦਾਨੀ ਪੈਦਾ ਕਰੇ। ਅਖੀਰਲੀ ਪੰਕਤੀ ਦੇ ਵਿੱਚ ਭਾਵਰਸਾ ਅੰਮ੍ਰਿਤ ਦੇ ਕਰਤਾ ਪੰਡਤ ਗੁਲਾਬ ਸਿੰਘ ਜੀ ਆਂਦੇ ਨੇ, ਇਨ ਤੀਨ ਬਿਨਾ ਕ੍ਰਿਮ ਸੇ ਸੁਤ ਕੇ ਹਿਤ ਜੋਬਨ ਨਾਹੇ ਆਕਾਜ ਗਵਾਏ। ਇਹਨਾਂ ਤਿੰਨਾਂ ਤੋਂ ਬਗੈਰ ਕੀੜਿਆਂ ਵਰਗੇ ਪੁੱਤਰ ਪੈਦਾ ਕਰਨ ਵਾਸਤੇ ਮਾਤਾ ਜਨਨੀ ਜਿਹੜੀ ਏ ਆਪਣਾ ਜੋਬਨ ਖਰਾਬ ਨਾ ਕਰੇ। ਇਹ 3 ਪੁੱਤਰ ਪੈਦਾ ਕਰੇ, ਜਾਂ ਕੋਈ ਸੂਰਮਾ ਪੈਦਾ ਕਰੇ, ਜਾਂ ਕੋਈ ਨਾਮ ਜਪਣ ਵਾਲਾ ਪੁੱਤ ਪੈਦਾ ਕਰੇ, ਜਾਂ ਕੋਈ ਦਾਨੀ ਪੁੱਤਰ ਪੈਦਾ ਕਰੇ। ਤੇ ਭਗਤ ਤੁਲਸੀਦਾਸ ਜੀ ਰਾਮਚਰਿਤ ਮਾਨਸ ਦੇ ਕਰਤਾ, ਉਹਨਾਂ ਨੇ ਇੱਕ ਦੋਹੇ ਦੇ ਵਿੱਚ ਇਹ ਗੱਲ ਕਹਿ ਦਿੱਤੀ, ਬੜੇ ਸਖਤ ਸ਼ਬਦ ਉਹਨਾਂ ਨੇ ਵਰਤੇ। ਉਹ ਆਖਣ ਲੱਗੇ, ਜਨਨੀ ਜਾਂ ਤੇ ਕੋਈ ਧਰਮੀ, ਕੋਈ ਸੂਰਮਾ, ਕੋਈ ਦਾਨੀ, ਕੋਈ ਭਗਤ ਪੈਦਾ ਕਰੇ। ਇਹਨਾਂ ਤਿੰਨਾਂ ਤੋਂ ਬਗੈਰ ਅਗਰ ਕਿਸੇ ਹੋਰ ਨੂੰ ਪੈਦਾ ਕਰ ਦਈਏ ਤੇ ਜਨਨੀ ਬਾਂਝ ਰਵੇ, ਉਹ ਕਿਸੇ ਪੁੱਤਰ ਨੂੰ ਪੈਦਾ ਹੀ ਨਾ ਕਰੇ, ਜਨਮ ਹੀ ਨਾ ਦੇਵੇ ਕਿਸੇ ਨੂੰ। ਭਗਤ ਤੁਲਸੀਦਾਸ ਜੀ ਕੀ ਆਂਦੇ ਨੇ, ਹਾਂਜੀ ਜਨਨੀ ਜਨੈ ਤਾ ਭਗਤ ਜਨ, ਜਨਨੀ ਜਨੈ ਤਾ ਭਗਤ ਜਨ, ਜਨਨੀ ਜਨੈ ਤਾ ਭਗਤ ਜਨ, ਜਨਨੀ ਜਨੈ ਤਾ ਭਗਤ ਜਨ। ਕਹਿ ਦਾਤਾ ਕਹਿ ਸੂਰ, ਕਹਿ ਦਾਤਾ ਕਹਿ ਸੂਰ, ਕਹਿ ਦਾਤਾ ਕਹਿ ਸੂਰ, ਕਹਿ ਦਾਤਾ ਕਹਿ ਸੂਰ। ਉਹ ਨਾਹੇ ਤਾਂ ਜਨਨੀ ਬਾਂਝ ਰਹਾ, ਨਾਹੇ ਤਾਂ ਜਨਨੀ ਬਾਂਝ ਰਹਾ, ਨਾਹੇ ਤਾਂ ਜਨਨੀ ਬਾਂਝ ਰਹਾ, ਨਾਹੇ ਤਾਂ ਜਨਨੀ ਬਾਂਝ ਰਹਾ। ਉਹ ਕਾਹੇ ਗਵਾਵੇ ਨੂਰ, ਹਾਂ ਕਾਹੇ ਗਵਾਵੇ ਨੂਰ, ਕਾਹੇ ਗਵਾਵੇ ਨੂਰ, ਹਾਂ ਕਾਹੇ ਗਵਾਵੇ ਨੂਰ, ਕਾਹੇ ਗਵਾਵੇ ਨੂਰ। ਉਹ ਮੇਰਿਆ ਪਿਆਰਿਆ ਸਾਹਿਬਾ ਹੋ, ਜਨਨੀ ਜਨੈ ਤਾ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੇ ਤਾ ਜਨਨੀ ਬਾਂਝ ਰਹੈ, ਕਾਹੇ ਗਵਾਵੇ ਨੂਰ। ਕੋਈ ਧਰਮੀ ਪੁੱਤਰ, ਕੋਈ ਭਗਤ ਪੈਦਾ ਕਰ, ਕੋਈ ਸੂਰਮਾ ਪੈਦਾ ਕਰ, ਕੋਈ ਦਾਨੀ ਪੈਦਾ ਕਰ। ਇਹਨਾਂ ਤਿੰਨਾਂ ਤੋਂ ਬਗੈਰ ਕਿਸੇ ਹੋਰ ਪੁੱਤਰ ਨੂੰ ਪੈਦਾ ਕਰਨ ਵਾਸਤੇ ਆਪਣਾ ਜੋਬਨ ਖਰਾਬ ਨਾ ਕਰ। ਇਹਦੇ ਨਾਲੋਂ ਤੇ ਚੰਗਾ ਹੈ ਤੂੰ ਬਾਂਝ ਹੀ ਰਹਿ। ਕਿੰਨੇ ਸਖਤ ਸ਼ਬਦ ਆਖੇ ਨੇ ਭਗਤ ਤੁਲਸੀਦਾਸ ਨੇ। ਗੁਰਬਾਣੀ ਵਿੱਚ ਵੀ ਜੇ ਗੁਰਬਾਣੀ ਪੜ੍ਹ ਕੇ ਵੇਖੀਏ, ਗੁਰਬਾਣੀ ਵਿੱਚ ਵੀ ਸਾਡੇ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਗੁਰਬਾਣੀ ਅੰਦਰ ਇਹੋ ਜਿਹੀਆਂ ਮਾਤਾਵਾਂ ਨੂੰ ਲਾਹਣਤਾਂ ਪਾਈਆਂ ਨੇ।
ਜਿਨ੍ਹਾਂ ਮਾਤਾਵਾਂ ਨੇ ਕੋਈ ਧਰਮੀ ਪੁੱਤਰ, ਕੋਈ ਗਿਆਨਵਾਨ, ਕੋਈ ਭਗਤ ਨਹੀਂ ਪੈਦਾ ਕੀਤਾ। ਪੜੋ ਗੁਰਬਾਣੀ, ਕਬੀਰ ਜੀ ਲਿਖਦੇ ਨੇ, ਆਂਦੇ ਨੇ ਜਿਹੇ ਕੁਲ ਪੂਤ ਨਾ ਗਿਆਨ ਵਿਚਾਰੀ, ਆਂਦੇ ਨੇ ਵਿਧਵਾ ਕਸ ਨਾ ਭਈ ਮਹਤਾਰੀ। ਉਹ ਜਿਸ ਮਾਤਾ ਦੀ ਕੁਲ ਦੇ ਵਿੱਚ, ਜਿਸ ਮਾਤਾ ਨੇ ਕਿਸੇ ਭਗਤ ਨੂੰ, ਕਿਸੇ ਗਿਆਨਵਾਨ ਪੁੱਤਰ ਨੂੰ ਜਨਮ ਨਹੀਂ ਦਿੱਤਾ, ਉਹ ਵਿਧਵਾ ਹੀ ਕਿਉਂ ਨਾ ਹੋ ਗਈ, ਪੁੱਤਰ ਨੂੰ ਜਨਮ ਹੀ ਨਾ ਦਿੰਦੀ। ਪਤੀ ਦੇ ਨਾਲ ਸੰਯੋਗ ਕਰਨ ਤੋਂ ਪਹਿਲਾਂ ਉਹਦਾ ਪਤੀ ਮਰ ਕਿਉਂ ਨਹੀਂ ਗਿਆ, ਉਹ ਵਿਧਵਾ ਹੋ ਜਾਂਦੀ ਤੇ ਪੁੱਤਰ ਪੈਦਾ ਹੀ ਨਾ ਹੁੰਦਾ। ਕਿੱਡਾ ਵੱਡਾ ਸਖਤ ਸ਼ਬਦ ਜਿਹੜਾ ਕਬੀਰ ਜੀ ਨੇ ਵਰਤ ਦਿੱਤਾ ਗੁਰਬਾਣੀ ਵਿੱਚ, ਭਗਤਾਂ ਨੇ ਤੇ ਵਰਤਿਆ ਹੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੀ ਬੜੇ ਸਖਤ ਸ਼ਬਦ ਵਰਤ ਦਿੱਤੇ। ਪਾਤਸ਼ਾਹ ਕਹਿੰਦੇ ਨੇ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਜਿਨ੍ਹਾਂ ਬੰਦਿਆਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਵਾਸ ਨਹੀਂ, ਪਰਮੇਸ਼ਰ ਦਾ ਨਾਮ ਨਹੀਂ, ਜਿਨ੍ਹਾਂ ਬੰਦਿਆਂ ਦੇ ਹਿਰਦੇ ਦੇ ਵਿੱਚ, ਉਹਨਾਂ ਦੀ ਮਾਂ ਜਿਹੜੀ ਹੈ ਉਹ ਬਾਂਝ ਹੀ ਕਿਉਂ ਨਾ ਰਹੀ। ਉਹਨਾਂ ਨੇ ਇਹੋ ਜਿਹੇ ਪੁੱਤਰਾਂ ਨੂੰ ਪੈਦਾ ਹੀ ਕਿਉਂ ਕੀਤਾ। ਮੈਂ ਅਰਜ਼ ਕਰਾਂ, ਸੰਸਾਰ ਦੇ ਵਿੱਚ ਉਹਨਾਂ ਮਾਤਾਵਾਂ ਨੂੰ ਪੂਜਿਆ ਗਿਆ, ਉਹਨਾਂ ਮਾਤਾਵਾਂ ਨੂੰ ਧੰਨ ਆਖਿਆ ਗਿਆ, ਜਿਨ੍ਹਾਂ ਮਾਤਾਵਾਂ ਨੇ ਧਰਮੀ ਪੁੱਤਰਾਂ ਨੂੰ, ਨਾਮ ਜਪਣ ਵਾਲਿਆਂ ਨੂੰ, ਸੇਵਾ ਕਰਨ ਵਾਲਿਆਂ ਨੂੰ, ਜਿਨ੍ਹਾਂ ਮਾਤਾਵਾਂ ਨੇ ਮਾਤਾ ਹੋਣ ਦੇ ਫਰਜ਼ ਸੰਸਾਰ ਵਿੱਚ ਅਦਾ ਕੀਤੇ ਆ ਕੇ, ਉਹਨਾਂ ਮਾਤਾ ਨੂੰ ਧੰਨ ਆਖਿਆ ਗਿਆ। ਬਹੁਤ ਪੁਰਾਤਨ ਕਥਾ ਹੁੰਦੀ ਹੈ। ਮਾਤਾ ਮਦਾਲਸਾ ਜੰਗਲ ਦੇ ਵਿੱਚ ਗਾਲਬ ਰਿਸ਼ੀ ਰਹਿੰਦਾ, ਇਹਦੀ ਪੁੱਤਰੀ ਸੀ ਇਹ ਮਦਾਲਸਾ। ਮਦਾਲਸਾ ਨੂੰ ਧੂਮਕੇਤੂ ਰਾਖਸ਼ ਜਿਹੜਾ ਸੀ ਇਹ ਜੰਗਲ ਦੇ ਵਿੱਚ ਚੁੱਕ ਕੇ ਲੈ ਗਿਆ, ਇੱਕ ਗੁਫਾ ਦੇ ਵਿੱਚ ਬੰਦ ਕਰ ਦਿੱਤਾ। ਜਿਸ ਤਰ੍ਹਾਂ ਸੀਤਾ ਨੇ ਰਾਵਣ ਦੇ ਕੋਲ ਰਹਿ ਕੇ ਆਪਣਾ ਜਤ ਸਤ ਜਿਹੜਾ ਸੀ ਭੰਗ ਨਹੀਂ ਸੀ ਹੋਣ ਦਿੱਤਾ, ਇਸੇ ਤਰ੍ਹਾਂ ਮਦਾਲਸਾ ਨੇ ਵੀ ਆਪਣਾ ਜਤ ਸਤ ਜਿਹੜਾ ਸੀ ਉਹ ਕਾਇਮ ਰੱਖਿਆ। ਗਾਲਬ ਰਿਸ਼ੀ ਨੇ ਕੀ ਕੀਤਾ, ਕਾਸ਼ੀ ਦੇ ਰਾਜੇ ਸ਼ਤਰੂਜਿਤ ਦੇ ਕੋਲ ਜਾ ਕੇ ਪੁਕਾਰ ਕੀਤੀ ਕਿ ਮੇਰੀ ਬੇਟੀ ਮਦਾਲਸਾ ਨੂੰ ਧੂਮਕੇਤੂ ਰਾਖਸ਼ ਚੁੱਕ ਕੇ ਲੈ ਗਿਆ, ਮੇਰੀ ਰੱਖਿਆ ਕੀਤੀ ਜਾਵੇ, ਮੇਰੀ ਬੇਟੀ ਨੂੰ ਬਚਾਇਆ ਜਾਵੇ। ਗਾਲਬ ਰਿਸ਼ੀ ਨੇ ਰਾਜੇ ਸ਼ਤਰੂਜਿਤ ਦੇ ਕੋਲੋਂ ਉਹਦੇ ਲੜਕੇ ਰਿਤੂਧਵਜ ਦੀ ਮੰਗ ਕੀਤੀ, ਜਿਸ ਤਰ੍ਹਾਂ ਕਦੇ ਵਿਸ਼ਵਾਮਿੱਤਰ ਨੇ ਰਾਜੇ ਦਸ਼ਰਥ ਦੇ ਕੋਲ ਆ ਕੇ ਭਗਵਾਨ ਰਾਮਚੰਦਰ ਨੂੰ ਮੰਗਿਆ ਸੀ। ਇਸੇ ਤਰ੍ਹਾਂ ਗਾਲਬ ਰਿਸ਼ੀ ਨੇ ਅੱਜ ਆ ਕੇ ਸ਼ਤਰੂਜਿਤ ਦੇ ਕੋਲੋਂ ਰਿਤੂਧਵਜ ਨੂੰ ਮੰਗਿਆ। ਬਹੁਤ ਇਹ ਪ੍ਰਤਾਪੀ ਰਾਜਾ ਸੀ, ਬਹੁਤ ਪ੍ਰਤਾਪੀ ਰਾਜਕੁਮਾਰ ਸੀ ਰਾਜਾ ਰਿਤੂਧਵਜ। ਇਹਦੀਆਂ ਪ੍ਰਤਾਪ ਦੀਆਂ ਗੱਲਾਂ ਜਿਹੜੀਆਂ ਸਨ ਉਹ ਮਦਾਲਸਾ ਵੀ ਸੁਣ ਚੁੱਕੀ ਸੀ ਤੇ ਮਨ ਹੀ ਮਨ ਉਹ ਰਿਤੂਧਵਜ ਨੂੰ ਆਪਣਾ ਪਤੀ ਵੀ ਮੰਨ ਚੁੱਕੀ ਸੀ। ਰਿਤੂਧਵਜ ਨੇ ਆ ਕੇ ਧੂਮਕੇਤੂ ਰਾਖਸ਼ ਦੇ ਨਾਲ ਜੰਗ ਕੀਤਾ, ਉਹਨੂੰ ਮਾਰਿਆ ਤੇ ਮਦਾਲਸਾ ਨੂੰ ਰਿਹਾ ਕਰਵਾਇਆ ਤੇ ਗੰਧਰਵ ਰੀਤੀ ਦੇ ਨਾਲ ਦੋਵਾਂ ਦੀ ਸ਼ਾਦੀ ਹੋਈ। ਮਦਾਲਸਾ ਰਿਤੂਧਵਜ ਨੂੰ ਆਖਣ ਲੱਗੀ ਕਿ ਮੇਰੀ ਇੱਕ ਸ਼ਰਤ ਆ, ਮੇਰੀ ਕੁੱਖ ਤੋਂ ਜਿਹੜੇ ਪੁੱਤਰ ਪੈਦਾ ਹੋਣਗੇ ਉਹ ਮੇਰੇ ਅਧੀਨ ਰਹਿਣਗੇ, ਮੈਂ ਉਹਨਾਂ ਨੂੰ ਬ੍ਰਹਮ ਗਿਆਨੀ ਬਣਾਵਾਂਗੀ। ਵੇਖੋ, ਮਾਤਾ ਮਦਾਲਸਾ ਨੇ ਸੱਤ ਪੁੱਤਰ ਪੈਦਾ ਕੀਤੇ। 7 ਪੁੱਤਰ ਪੈਦਾ ਜਦੋਂ ਹੋਏ ਤੇ ਉਹਨਾਂ ਨੂੰ ਲੋਰੀਆਂ ਦੇ ਦੇ ਕੇ ਇਸ ਤਰ੍ਹਾਂ ਦੀਆਂ ਲੋਰੀਆਂ ਦਿੱਤੀਆਂ, ਸੁੱਧੋ ਸੀ, ਬੁੱਧੋ ਸੀ, ਨਰੰਜਨੋ ਸੀ, ਸੰਸਾਰ ਮਾਇਆ ਪਰਿਵਰਜਿਤੋ ਸੀ, ਸੰਸਾਰ ਸਵਪਨੰਗ ਤਜੇ ਮੋਹ ਨਿੰਦਰਾ ਮਦਾਲਸਾ ਵਾਕਿਅਮ ਉਵਾਚ ਪੁੱਤਰਮ। ਇਸ ਤਰ੍ਹਾਂ ਦੀਆਂ ਲੋਰੀਆਂ ਦੇ ਦੇ ਕੇ ਉਹਨਾਂ 7 ਪੁੱਤਰਾਂ ਨੂੰ ਮਦਾਲਸਾ ਨੇ ਕੀ ਕੀਤਾ, ਜੰਗਲ ਨੂੰ ਤੋਰ ਦਿੱਤਾ, ਜੰਗਲ ਨੂੰ ਤਪੱਸਿਆ ਕਰਨ ਵਾਸਤੇ, ਉਹਨਾਂ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ। ਵੇਖੋ, ਕਦੇ ਸਾਡੀਆਂ ਮਾਤਾਵਾਂ ਆਪਣੇ ਪੁੱਤਰਾਂ ਨੂੰ ਭਗਤੀ ਕਰਨ ਵਾਸਤੇ, ਨਾਮ ਜਪਣ ਵਾਸਤੇ, ਤਪੱਸਿਆ ਕਰਨ ਵਾਸਤੇ ਜੰਗਲ ਨੂੰ ਤੋਰ ਦਿਆ ਕਰਦੀਆਂ ਸਨ, ਪਰ ਅੱਜ ਸਮਾਂ ਬਦਲ ਗਿਆ। ਅੱਜ ਸਾਡੀਆਂ ਮਾਤਾਵਾਂ ਇਹ ਸੋਚਦੀਆਂ ਨੇ, ਸਾਡੇ ਮਾਪੇ ਜਿਹੜੇ ਨੇ ਉਹਨਾਂ ਦੀ ਸੋਚ ਇਹ ਹੋ ਗਈ ਏ ਕਿ ਸਾਡਾ ਮੁੰਡਾ ਇੰਜੀਨੀਅਰ ਬਣੇ, ਡਾਕਟਰ ਬਣੇ, ਇਹ ਵਕੀਲ ਬਣੇ, ਇਹ ਕੋਈ ਵੱਡੇ ਅਹੁਦੇ ਤੇ ਪਹੁੰਚੇ, ਕੋਈ ਵੱਡਾ ਪੁਲਿਸ ਅਫਸਰ ਬਣੇ, ਇਹ ਸਾਧੂ ਨਾ ਬਣੇ, ਸਾਧੂ ਬਣੇ ਤੇ ਗਵਾਂਢੀਆਂ ਦਾ ਮੁੰਡਾ ਬਣੇ, ਸਾਡਾ ਨਾ ਬਣੇ। ਇਹਨੂੰ ਕੋਈ ਕਮਲਾ ਨਾ ਆਖੇ, ਇਹਨੂੰ ਕੋਈ ਸਾਧੂ ਨਾ ਆਖੇ। ਪਰ ਸਾਡੀਆਂ ਪੁਰਾਤਨ ਮਾਤਾਵਾਂ ਆਪਣੇ ਪੁੱਤਰਾਂ ਨੂੰ ਜੰਗਲ ਦੇ ਵਿੱਚ ਤਪ ਕਰਨ ਵਾਸਤੇ ਤੋਰਿਆ। ਛੋਟੇ ਛੋਟੇ 5-5 ਸਾਲ ਦੇ ਬੱਚਿਆਂ ਨੂੰ ਪੜ੍ਹੋ ਤੁਸੀਂ ਇਤਿਹਾਸ। ਧਰੂ ਭਗਤ ਜਿਸ ਵੇਲੇ ਰਾਜੇ ਉਤਾਨਪਾਦ ਦੀ ਗੋਦ ਦੇ ਵਿੱਚ ਜਾ ਕੇ ਬਹਿ ਗਿਆ, ਮਤਰੇਈ ਮਾਂ ਨੇ ਚਪੇੜਾਂ ਮਾਰ ਮਾਰ ਕੇ ਗੱਲਾਂ ਲਾਲ ਕਰ ਦਿੱਤੀਆਂ। ਆਖਣ ਲੱਗੀ, ਜੇ ਰਾਜੇ ਦੀ ਗੋਦ ਦੇ ਵਿੱਚ ਬਹਿਣਾ ਸੀ ਤੇ ਮੇਰੀ ਕੁੱਖ ਤੋਂ, ਮੇਰੇ ਪੇਟ ਤੋਂ ਜਨਮ ਲੈਂਦਾ। ਧਰੂ ਜਿਹੜਾ ਸੀ ਰੋਂਦਾ ਰੋਂਦਾ ਆਪਣੀ ਮਾਂ ਦੇ ਕੋਲ ਗਿਆ। ਇਹਦੀ ਜਿਹੜੀ ਮਾਤਾ ਸੀ ਉਹ ਮਹਿਲ ਤੋਂ ਬਾਹਰ ਇੱਕ ਕੁਟੀਆ ਦੇ ਵਿੱਚ ਰਹਿੰਦੀ ਸੀ। ਰੋਂਦਾ ਰੋਂਦਾ ਜਿਸ ਵੇਲੇ ਆਇਆ ਤੇ ਆਪਣੀ ਮਾਤਾ ਨੂੰ ਪੁੱਛਦਾ ਹੈ, ਡੱਡੋ ਲਿਕਾ ਮਾਂ ਪੁੱਛੈ ਤੂੰ ਸਾਵਾਣੀ ਹੈ ਕਿ ਸੁਰੀਤਾ।
ਮੈਨੂੰ ਸੱਚ ਸੱਚ ਦੱਸ ਤੂੰ ਰਾਣੀ ਹੈ ਕਿ ਗੋਲੀ ਹੈ। ਉਹਦੀ ਮਾਤਾ ਆਖਦੀ ਏ ਪੁੱਤਰ ਸਾਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਵੇਖ ਮੈਂ ਮੇਰਾ ਜਨਮ ਜਿਹੜਾ ਇੱਕ ਰਾਜੇ ਦੇ ਘਰ ਦੇ ਵਿੱਚ ਹੋਇਆ, ਮੈਂ ਰਾਜੇ ਦੇ ਘਰ ਵਿਆਹੀ ਆਈ, ਪਰ ਮੇਰਾ ਜਪ ਤਪ ਖਤਮ ਹੋ ਗਿਆ, ਮੈਂ ਨਾਮ ਨਹੀਂ ਜਪਿਆ, ਜਿਸ ਕਰਕੇ ਮੇਰੀ ਇਹ ਹਾਲਤ ਹੋਈ ਏ। ਉਹ ਧਰੂ ਭਗਤ ਜਿਹੜਾ ਆਪਣੀ ਮਾਤਾ ਨੂੰ ਪ੍ਰਸ਼ਨ ਕਰਦਾ ਹੈ, ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਸਭ ਹੋਵਣ ਮੀਤਾ। ਤੇ ਮਾਤਾ ਨੇ ਉਸ ਵੇਲੇ ਆਪਣੇ ਪੁੱਤਰ ਨੂੰ ਇਹ ਸਿੱਖਿਆ ਦਿੱਤੀ ਸੀ, ਆਂਦੀ ਏ ਪਰਮੇਸ਼ਰ ਆਰਾਧਿਐ ਜਿਦੋਂ ਹੋਈ ਹੈ ਪਤਿਤ ਪੁਨੀਤਾ। ਪੁੱਤਰ ਪਰਮੇਸ਼ਰ ਦੀ ਆਰਾਧਨਾ ਕਰਨ ਦੇ ਨਾਲ ਤੈਨੂੰ ਰਾਜ ਮਿਲ ਸਕਦਾ ਹੈ। ਪਰਮੇਸ਼ਰ ਦੀ ਭਗਤੀ ਕਰ, ਪਰਮੇਸ਼ਰ ਦੀ ਆਰਾਧਨਾ ਕਰ। ਵੇਖੋ ਛੋਟੇ ਜਿਹੇ ਪੁੱਤਰ ਨੂੰ ਜੰਗਲ ਨੂੰ ਤੋਰ ਦਿੱਤਾ ਮਾਤਾ ਨੇ, ਤੇ ਉਸ ਮਾਤਾ ਨੇ ਆਪਣੇ ਇਸ ਪੁੱਤਰ ਨੂੰ ਇਹ ਸਿੱਖਿਆ ਦਿੱਤੀ ਸੀ, ਪੁੱਤਰ ਭਗਤੀ ਕਰ। ਉਹ ਤੈਨੂੰ ਰਾਜ ਮਿਲੇ ਅਬਿਨਾਸੀ, ਉਹ ਭਗਤੀ ਕਰ ਬਚਿਆ ਰਾਜ ਮਿਲੇ ਅਬਿਨਾਸੀ। ਭਗਤੀ ਕਰ ਬਚਿਆ ਤੈਨੂੰ ਰਾਜ ਮਿਲੇ ਅਬਿਨਾਸੀ, 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 ਭਗਤੀ ਕਰ ਬਚਿਆ। ਉਹ ਭਗਤੀ ਕਰ ਬਚਿਆ, ਭਗਤੀ ਕਰ ਬਚਿਆ, ਭਗਤੀ ਕਰ ਬਚਿਆ, ਭਗਤੀ ਕਰ ਬਚਿਆ। ਉਹ ਭਗਤੀ ਕਰ ਬਚਿਆ, ਭਗਤੀ ਕਰ ਬਚਿਆ, ਭਗਤੀ ਕਰ ਬਚਿਆ, ਭਗਤੀ ਕਰ ਬਚਿਆ। ਆ ਭਗਤੀ ਕਰ ਬਚਿਆ, ਭਗਤੀ ਕਰ ਬਚਿਆ, ਭਗਤੀ ਕਰ ਬਚਿਆ, ਭਗਤੀ ਕਰ ਬਚਿਆ। ਤੈਨੂੰ ਰਾਜ ਮਿਲੇ ਅਬਿਨਾਸੀ, ਭਗਤੀ ਕਰ ਬਚਿਆ ਤੈਨੂੰ ਰਾਜ ਮਿਲੇ ਅਬਿਨਾਸੀ, ਭਗਤੀ ਕਰ ਬਚਿਆ ਤੈਨੂੰ ਰਾਜ ਮਿਲੇ ਅਬਿਨਾਸੀ, ਭਗਤੀ ਕਰ ਬਚਿਆ ਤੈਨੂੰ ਰਾਜ ਮਿਲੇ ਅਬਿਨਾਸੀ, ਭਗਤੀ ਕਰ ਬਚਿਆ। ਐਸੀ ਭਗਤੀ ਧਰੂ ਭਗਤ ਨੇ ਕੀਤੀ, ਮਾਤਾ ਨੇ ਸਿੱਖਿਆ ਐਸੀ ਦਿੱਤੀ ਸੀ, ਪੁੱਤਰ ਭਗਤੀ ਕਰ। ਮਾਤਰ 6 ਮਹੀਨੇ ਦੇ ਵਿੱਚ ਧਰੂ ਭਗਤ ਨੂੰ ਪਰਮੇਸ਼ਰ ਦਾ ਦਰਸ਼ਨ ਹੋਇਆ ਤੇ ਅਮਰ ਪਦਵੀ ਨੂੰ ਧਰੂ ਭਗਤ ਨੇ ਪ੍ਰਾਪਤ ਕਰ ਲਿਆ, ਅਮਰ ਪਦਵੀ ਨੂੰ ਇੱਕ ਮਾਤਾ ਦੀ ਸਿੱਖਿਆ ਦੇ ਨਾਲ। ਮੈਂ ਅਰਜ਼ ਕਰਾਂ, ਇਸ ਮਾਤਾ ਮਦਾਲਸਾ ਨੇ ਆਪਣੇ ਛੋਟੇ ਛੋਟੇ ਪੁੱਤਰਾਂ ਨੂੰ ਜੰਮਦਿਆਂ ਨੂੰ ਉਹਨਾਂ ਦੇ ਕੰਨ ਦੇ ਵਿੱਚ ਵੇਖੋ ਲੋਰੀਆਂ ਕਿਸ ਤਰ੍ਹਾਂ ਦੀਆਂ ਪਾਈਆਂ। ਸੁੱਧੋ ਸੀ ਤੂੰ ਸ਼ੁੱਧ ਸਰੂਪ ਆ, ਬੁੱਧੋ ਸੀ ਤੂੰ ਗਿਆਨਵਾਨ ਆ, ਨਿਰੰਜਨੋ ਸੀ ਤੂੰ ਪਰਮਾਤਮਾ ਦਾ ਸਵਰੂਪ ਆ, ਤੇਰੇ ਅੰਦਰ ਇੱਕ ਆਤਮਾ ਆ। ਸੁੱਧੋ ਸੀ, ਬੁੱਧੋ ਸੀ, ਨਿਰੰਜਨੋ ਸੀ, ਸੰਸਾਰ ਮਾਇਆ ਪਰਿਵਰਜਿਤੋ ਸੀ, ਸੰਸਾਰ ਦੀ ਮਾਇਆ ਤੋਂ ਤੂੰ ਨਿਰਲੇਪ ਰਹਿਣਾ। ਵੇਖੋ ਜੰਮਦਿਆਂ ਤੋਂ ਜਿਸ ਬੱਚੇ ਦੇ ਕੰਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੈ ਜਾਣਗੀਆਂ, ਉਹ ਬੱਚਾ ਧਰਮੀ ਕਿਉਂ ਨਾ ਬਣੇਗਾ। ਪਰ ਜਿਨ੍ਹਾਂ ਬੱਚਿਆਂ ਦੇ ਕੰਨਾਂ ਦੇ ਵਿੱਚ ਜੰਮਦਿਆਂ ਤੋਂ ਹੀ ਬੰਦੂਕਾਂ ਵਾਲੀਆਂ, ਹਥਿਆਰਾਂ ਵਾਲੇ, ਪਿਸਤੌਲਾਂ ਵਾਲੇ ਗਾਣੇ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਪੈਂਦੇ ਨੇ, ਉਹ ਕਿੱਥੋਂ ਨਾਮ ਜਪਣ ਵਾਲੇ ਧਰਮੀ ਪੁੱਤਰ ਬਣਨਗੇ। ਜਿਨ੍ਹਾਂ ਮਾਵਾਂ ਦੇ ਗਰਭ ਦੇ ਵਿੱਚ ਜਦੋਂ ਬਾਲਕ ਆ, ਵੇਖੋ ਸਾਇੰਸ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਅੱਜ ਕਿ ਜਦੋਂ ਬਾਲਕ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਨਾ, ਮਾਤਾ ਜੋ ਕੁਛ ਖਾਂਦੀ ਏ, ਜੋ ਕੁਛ ਪੀਂਦੀ ਏ, ਜੋ ਪੜ੍ਹਦੀ ਏ, ਜੋ ਸਪਰਸ਼ ਕਰਦੀ ਏ, ਉਹ ਸਾਰਾ ਅਸਰ ਗਿਆਨ ਇੰਦਰੀਆਂ ਦੇ ਰਾਹੀਂ ਬਾਲਕ ਤੱਕ ਉਹ ਗਿਆਨ ਪਹੁੰਚਦਾ ਰਹਿੰਦਾ। ਸਾਇੰਸ ਨੇ ਇਹ ਗੱਲ ਕਹਿ ਦਿੱਤੀ, ਵੱਡੇ ਵੱਡੇ ਡਾਕਟਰਾਂ ਨੇ, ਸਾਇੰਸਦਾਨਾਂ ਨੇ ਇਸ ਗੱਲ ਨੂੰ ਸਿੱਧ ਕੀਤਾ ਕਿ ਜਿਸ ਮਾਤਾ ਨੇ ਆਪਣੇ ਪੁੱਤਰ ਨੂੰ ਡਾਕਟਰ ਬਣਾਉਣਾ ਹੈ, ਇੰਜੀਨੀਅਰ ਬਣਾਉਣਾ ਹੈ, ਉਹ ਮਾਤਾ ਪਹਿਲਾਂ ਹੀ ਜਦੋਂ ਬਾਲਕ ਗਰਭ ਦੇ ਵਿੱਚ ਆ, ਉਹ ਉਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹੇ, ਉਸ ਤਰ੍ਹਾਂ ਦੇ ਗ੍ਰੰਥ ਪੜ੍ਹੇ, ਉਹ ਸਾਰਾ ਗਿਆਨ ਬਾਲਕ ਨੂੰ ਪਹਿਲਾਂ ਹੀ, ਬਾਅਦ ਦੇ ਵਿੱਚ ਬਹੁਤੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪਏਗੀ, ਉਹ ਸਾਰਾ ਗਿਆਨ ਪਹਿਲਾਂ ਹੀ ਲੈ ਕੇ ਆਵੇਗਾ। ਅਭਿਮਨਿਊ ਅਰਜਨ ਦਾ ਪੁੱਤਰ ਜਿਹੜਾ ਸੀ, ਮਾਤਾ ਦੇ ਗਰਭ ਦੇ ਵਿੱਚ ਹੀ ਉਹਨੇ ਚੱਕਰਵਿਊਹ ਦੇ ਵਿੱਚ ਪ੍ਰਵੇਸ਼ ਕਰਨਾ ਸਿੱਖਿਆ ਸੀ ਨਾ। ਮਾਤਾ ਦੇ ਗਰਭ ਦੇ ਵਿੱਚ ਜਦੋਂ ਬਾਲਕ ਹੁੰਦਾ ਹੈ, ਗਿਆਨ ਇੰਦਰੀਆਂ ਦੇ ਰਾਹੀਂ ਉਹ ਗਿਆਨ ਪ੍ਰਾਪਤ ਕਰਦਾ ਆ। ਪਰ ਜਿਨ੍ਹਾਂ ਮਾਤਾਵਾਂ ਨੇ ਜਦੋਂ ਬਾਲਕ ਗਰਭ ਦੇ ਵਿੱਚ ਆ, ਸਾਰਾ ਦਿਨ ਉਹਨਾਂ ਨੇ ਟੀਵੀ ਦੇ ਅੱਗੇ ਬੈਠੇ ਰਹਿਣਾ, ਤੇ ਬਾਲਕ ਜਿਹੜਾ ਉਹ ਧਰਮੀ ਨਾਮ ਜਪਣ ਵਾਲਾ, ਗੁਰਬਾਣੀ ਪੜ੍ਹਨ ਵਾਲਾ ਕਿੱਥੋਂ ਪੈਦਾ ਹੋਵੇਗਾ। ਵੇਖੋ ਇਹ ਮਾਤਾ ਮਦਾਲਸਾ
ਕਿਸ ਤਰ੍ਹਾਂ ਦੀਆਂ ਲੋਰੀਆਂ ਦਿੰਦੀ ਏ। ਬਚਪਨ ਦੇ ਵਿੱਚ ਹੀ ਆਪਣੇ ਬਾਲਕ ਦੇ ਕੰਨਾਂ ਦੇ ਵਿੱਚ ਸੁੱਧੋ ਸੀ, ਬੁੱਧੋ ਸੀ, ਨਿਰੰਜਨੋ ਸੀ, ਸੰਸਾਰ ਮਾਇਆ ਪਰਿਵਰਜਿਤੋ ਸੀ, ਸੰਸਾਰ ਸੁਪਨੰ, ਇਹ ਸੰਸਾਰ ਇੱਕ ਸੁਪਨਾ ਆ। ਗੁਰਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਇਹ ਸੰਸਾਰ ਇੱਕ ਸੁਪਨਾ ਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੀ ਸਮਝਾਉਂਦੇ ਨੇ, ਰੇ ਨਰ ਇਹ ਸਾਚੀ ਜੀਏ ਧਾਰ, ਇਹ ਸੱਚੀ ਗੱਲ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈ ਬੰਦਿਆ, ਇਹ ਸੰਸਾਰ ਜਿਹੜਾ ਇੱਕ ਸੁਪਨਾ ਹੈ ਭਾਈ। ਐਉਂ ਕਰਕੇ ओ जी सगल जगत है जैसे सुपना, बिन सत लगत न पार, सगल जगत है जैसे सुपना, बिन सत लगत न पार, सगल जगत है जैसे सुपना, बिन सत लगत न पार, सगल जगत है जैसे सुपना, बिन सत लगत न पार। हाँ सगल जगत है जैसे सुपना, बिन सत लगत न पार, सगल जगत है जैसे सुपना, बिन सत लगत न पार, सगल जगत है जैसे सुपना, बिन सत लगत न पार, सगल जगत है जैसे सुपना, बिन सत लगत न पार। हाँ बिन सत लगत न पार, 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 ओ बिन सत लगत न पार, बिन सत लगत न पार, बिन सत लगत न पार, बिन सत लगत न पार। हाँ सगल जगत है जैसे सुपना, बिन सत लगत न पार, सगल जगत है जैसे सुपना, बिन सत लगत न पार, सगल जगत है जैसे सुपना, बिन सत लगत न पार, सगल जगत है जैसे सुपना, बिन सत लगत न पार। सगल जगत है जैसे सुपना, बिन सत लगत ना बार। ਮਾਤਾ ਮਦਾਲਸਾ ਇਸ ਤਰ੍ਹਾਂ ਦੀਆਂ ਲੋਰੀਆਂ ਆਪਣੇ ਬੱਚਿਆਂ ਨੂੰ ਦਿੰਦੀ ਏ। ਸੰਸਾਰ ਸੁਪਨੰ ਤਜੇ ਮੋਹਤਰਾਂ ਨੂੰ ਜਦੋਂ ਜੰਗਲ ਦੇ ਵਿੱਚ ਤੋਰ ਦਿੱਤਾ, ਜਦੋਂ 8ਵਾਂ ਪੁੱਤਰ ਅਲਰਕ ਪੈਦਾ ਹੋਇਆ ਤੇ ਰਾਜਾ ਰਿਤੂ ਧਵਜ ਆਖਣ ਲੱਗਾ ਕਿ ਇਸ ਪੁੱਤਰ ਨੂੰ ਆਪਾਂ ਰਾਜਕਾਜ ਵਾਸਤੇ ਰੱਖ ਲਈਏ, ਸਾਰੇ ਪੁੱਤਰ ਆਪਾਂ ਜੰਗਲ ਨੂੰ ਤੋਰ ਦਿੱਤੇ ਨੇ, ਇਹਨੂੰ ਰਾਜ ਕਿੰਨੇ ਕਰਨਾ। ਮਾਤਾ ਮਦਾਲਸਾ ਆਖਣ ਲੱਗੀ ਚੰਗੀ ਗੱਲ ਆ। ਆਪਣੇ 7 ਪੁੱਤਰਾਂ ਨੂੰ ਜੰਗਲ ਦੇ ਵਿੱਚੋਂ ਸੱਦਿਆ। ਉਹ ਜਿਹੜੇ ਬ੍ਰਹਮ ਗਿਆਨੀ ਪੁੱਤਰ ਸਨ, ਉਹਨਾਂ ਨੇ ਉਪਦੇਸ਼ ਕਰਕੇ ਇਸ ਅਲਰਕ ਨਾਮ ਦੇ ਲੜਕੇ ਨੂੰ, ਇਹਨੂੰ ਵੀ ਉਹਨਾਂ ਨੇ ਬ੍ਰਹਮ ਦਾ ਗਿਆਨ, ਬ੍ਰਹਮ ਦਾ ਬੋਧ ਕਰਾ ਦਿੱਤਾ। ਸੁੱਖ ਤੇ ਦੁੱਖ ਦੇ ਵਿੱਚ ਕਿਸ ਤਰ੍ਹਾਂ ਇੱਕ ਸਮਾਨ ਰਹਿਣਾ ਹੈ, ਇਹ ਗਿਆਨ ਉਹਨਾਂ ਨੇ ਇਹਨੂੰ ਦੇ ਦਿੱਤਾ। ਸਮਾਂ ਆਇਆ, ਇਹ ਰਾਜਾ ਅਲਰਕ ਜਿਹੜਾ ਸੀ, ਇਹਦਾ ਨਾਮ ਪੈ ਗਿਆ ਰਾਜਾ ਨਿਰਮੋਹੀ। ਇਸ ਰਾਜੇ ਨਿਰਮੋਹੀ ਦਾ ਲੜਕਾ ਜਿਹੜਾ ਰਾਜਕੁਮਾਰ ਏ, ਇੱਕ ਦਿਨ ਕੀ ਹੋਇਆ, ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਿਆ। ਪਿਆਸ ਲੱਗਦੀ ਏ, ਇੱਕ ਰਿਸ਼ੀ ਦੀ ਕੁਟੀਆ ਦੇ ਵਿੱਚ ਪਾਣੀ ਪੀਣ ਵਾਸਤੇ ਜਾਂਦਾ। ਰਿਸ਼ੀ ਨੇ ਪਾਣੀ ਪਿਆਇਆ। ਰਾਜਕੁਮਾਰ ਨੇ ਜਦੋਂ ਪਾਣੀ ਪੀ ਕੇ, ਪਾਣੀ ਵਾਲਾ ਛੰਨਾ ਅਜੇ ਰੱਖਿਆ ਹੀ ਸੀ, ਰਿਸ਼ੀ ਨੇ ਪੁੱਛਿਆ, ਰਾਜਕੁਮਾਰ ਕਿਸ ਰਾਜੇ ਦਾ ਲੜਕਾ ਹੈ ਤੂੰ? ਇਹ ਰਾਜਕੁਮਾਰ ਆਖਣ ਲੱਗਾ ਕਿ ਮੈਂ ਰਾਜੇ ਨਿਰਮੋਹੀ ਦਾ ਪੁੱਤਰ ਆ, ਉਹਦਾ ਰਾਜਕੁਮਾਰ ਆ, ਉਹਦਾ ਬੇਟਾ ਆ। ਰਿਸ਼ੀ ਬੜਾ ਹੈਰਾਨ ਹੋਇਆ ਕਿ ਇੱਕ ਰਾਜਾ ਕਿਸ ਤਰ੍ਹਾਂ ਨਿਰਮੋਹੀ ਹੋ ਸਕਦਾ। ਇੱਕ ਰਾਜਾ ਰਾਜ ਦੇ ਵਿੱਚ ਰਹਿੰਦਿਆਂ ਹੋਇਆਂ ਕਿਸ ਤਰ੍ਹਾਂ ਉਹ ਰਾਜ ਤੋਂ ਨਿਰਲੇਪ ਰਹਿ ਸਕਦਾ, ਮਾਇਆ ਤੋਂ ਨਿਰਲੇਪ ਰਹਿ ਸਕਦਾ, ਇਹ ਗੱਲ ਮੇਰੇ ਮੰਨਣ ਦੇ ਵਿੱਚ ਨਹੀਂ ਆਉਂਦੀ। ਰਾਜਕੁਮਾਰ ਆਖਣ ਲੱਗਾ, ਰਿਸ਼ੀ ਤੂੰ ਜਾ ਕੇ ਸਾਡੇ ਮਹਿਲ ਦੇ ਵਿੱਚ ਜਾ ਕੇ ਪਰੀਖਿਆ ਕਰ ਲੈ, ਪਰਖ ਕਰ ਲੈ ਰਾਜੇ ਨਿਰਮੋਹੀ ਦੀ। ਰਿਸ਼ੀ ਆਖਣ ਲੱਗਾ ਚੰਗੀ ਗੱਲ ਆ। ਰਿਸ਼ੀ ਜਿਹੜਾ ਸੀ ਜੰਗਲ ਦੇ ਵਿੱਚੋਂ ਨਿਕਲਿਆ, ਰਾਜੇ ਨਿਰਮੋਹੀ ਦੇ ਮਹਿਲ ਦੇ ਵਿੱਚ ਪਹੁੰਚਦਾ। ਜਦੋਂ ਮਹਿਲ ਦੇ ਵਿੱਚ ਪਹੁੰਚਿਆ ਤੇ ਕੀ ਵੇਖਿਆ, ਸਾਹਮਣੇ ਇੱਕ ਦਾਸੀ, ਇੱਕ ਗੋਲੀ ਜਿਹੜੀ ਸੀ ਉਹ ਕੰਮ ਕਰਦੀ ਪਈ ਏ, ਮਹਿਲ ਦੀਆਂ ਸਫਾਈਆਂ ਕਰਦੀ ਪਈ ਏ। ਰਿਸ਼ੀ ਦੇ ਮਨ ਦੇ ਵਿੱਚ ਆਇਆ ਕਿਉਂ ਨਾ ਮੈਂ ਸਭ ਤੋਂ ਪਹਿਲਾਂ ਇਹਦੀ ਹੀ ਪ੍ਰੀਖਿਆ, ਇਹਦੀ ਹੀ ਪਰਖ ਕਰ ਲਵਾਂ। ਰਿਸ਼ੀ ਉਸ ਗੋਲੀ ਨੂੰ ਆਖਣ ਲੱਗਾ, ਤੂੰ ਸੁਣ ਚੇਰੀ ਸਿਆਮ ਕੀ ਬਾਤ ਸੁਣਾਉਂ ਤੋਹੇ, ਕੁਵਰ ਬਿਨਾਸਿਓ ਸਿੰਘ ਨੇ ਆਸਨ ਪਰੀਏ ਮੋਹੇ। ਗੱਲ ਸੁਣ ਦਾਸੀ, ਰਾਜਕੁਮਾਰ ਨੂੰ ਸ਼ੇਰ ਨੇ ਮਾਰ ਦਿੱਤਾ ਹੈ ਤੇ ਉਹਦਾ ਮੁਰਦਾ, ਉਹਦੀ ਲਾਸ਼ ਮੇਰੀ ਕੁਟੀਆ ਦੇ ਕੋਲ ਪਈ ਹੋਈ ਏ।
ਹੁਣ ਰਿਸ਼ੀ ਨੇ ਸੋਚਿਆ ਤੇ ਇਹ ਸੀ ਕਿ ਜਦੋਂ ਇਹ ਰਾਜਕੁਮਾਰ ਦੀ ਮੌਤ ਦੀ ਖਬਰ ਸੁਣੇਗੀ, ਪਿੱਟ ਪਿੱਟ ਕੇ ਰੋਵੇਗੀ, ਉੱਚੀ ਉੱਚੀ ਰੋਵੇਗੀ, ਵਿਰਲਾਪ ਕਰੇਗੀ। ਪਰ ਉਹ ਦਾਸੀ ਵੇਖੋ ਉਹਦੀ ਕੈਸੀ ਬ੍ਰਿਤੀ ਸੀ। ਰਿਸ਼ੀ ਨੂੰ ਕੀ ਜਵਾਬ ਦਿੰਦੀ ਏ? ਆਖਣ ਲੱਗੀ, ਨਾ ਮੈਂ ਚੇਰੀ श्याम की ना को मेरा श्याम परा लब्ध बस मेल यह सुनो ऋषि अभिराम। ना मैं किसी दी दासी हाँ, ना मेरा कोई श्याम कोई राजकुमार आ। मैं ते परालब्ध करके पिछले किसे कर्म करके कोई संजोग सी जिदे करके इस महल दे विच आई हाँ। राजकुमार अगर चढ़ाई कर गया मर गया तो ये तो सारा कुछ काल दे अधीन आ। सारिया ने एक ना एक दिन इथों चले जाना है। उस दासी ने कोई दुख कोई सोग ना किया, वो रोई नहीं। ऋषि बड़ा हैरान होया, अगे वधिया। राजकुमार दी घरवाली जड़ी सी राजकुमारी ओदी पत्नी सी, ओदे कोल पहुंचिया, जाके उसनू खबर देन लगा। ऋषि आखदा, तू सुन सुंदर चातुरी अबला यौबनवान, देवी वाहन दल मलियो तुमरो श्री भगवान। राजकुमारी तेरे पति नू तेरे परमेश्वर नू शेर ने मार दिता ते ओदा मुर्दा मेरी कुटिया दे कोल पिया होया। हुण ऋषि ने सोचिया सी कि जिस पत्नी दा पति चढ़ाई कर जावे, पति दे मरण दी खबर सुन के ये रोवेगी, अपने कपड़े पाड़ लेगी, तो हथड़े मारेगी। पर वो राजकुमारी एकदम अडोल अवस्था दे विच आ, ओ रोई नहीं। ओ ऋषि नू आखदी है, तपिया पूरब जन्म की क्या जानत है लोग, मिले कर्मवश आन हम विधि ने कीन विजोग। वेख ऋषि कर्मा दे नाल मेरा राजकुमार दे नाल संजोग होया सी। हुण कर्मा करके उस विधाता ने परमेश्वर ने मेरे कर्मा दे विच विछोड़ा लिख दिता है, विजोग हो गया। सब कुछ काल दे मौत दे अधीन आ, परमेश्वर दे अधीन आ। मैं सुख दे दुख दे विच एक समान रहनी आ, मैं रोवां क्यों? ऋषि बड़ा हैरान होया कि इन्हें कोई दुख नहीं मन्निया। ऋषि अगे वधदा, आखन लगा, दासी नहीं रोई, घरवाली नहीं रोई, जरूर मां जरूर रोवेगी। राजे निर्मोही दी पट राणी उस राजकुमार दी माता नू जाके खबर देंदा है, रानी तुमको विपत अत सुत खायो मृगराज, हमने भोजन ना कियो तह मृतक के काज। रानी तेरे उत्ते वड्डी विपत्ति वड्डा संकट आ गया, तेरे पुत्र नू शेर ने खा लिया, ओदी मड़ी ओदा मुर्दा मेरी कुटिया दे कोल पिया है। मैं ते सवेर दा प्रशादा भी नहीं छकिया, भुखा फिरंदिया ते खबर देण वास्ते फटाफट तेरे कोल आया। उस माता दा की जवाब सी? आखन लगी, एक बिरख डाले कने पंखी बैठे आहे, पहो फाटी पियरी पई उड उड दह दिस जाहे। ऋषि शाम पैंदी है, दरख्त दे उत्ते सारे पंछी जड़े ने आके आसरा लेंदे ने, टिका करते ने, पर जदों सूरज चढ़दा है उही पंछी जड़े ने दशां दिशावां नूं उड़ जांदे ने। मेरा पुत्र, मैं एक दरख्त दी न्याई सा, मेरे ते आके उन्हें अपनी जिंदगी रूपी रात कट लई। जदों मौत रूपी सूरज चढ़िया ते ओदी जीव आत्मा ने अपने कर्मां अनुसार अपना रस्ता फड़ लिया। जिस तरह वो पेड़ पंछियां दे नाल मोह नहीं करदा, जदों वो उड़ जांदे ने, मैं क्यों मोह करां? ये संसार एक सुंदर बाग आ। बाबा फरीद इस्लाम धर्म दे प्रचारक आंदे ने, आपां इस संसार दे विच एक पंछी दी न्याई आ, आपां भी एक दिन उडारी मार जानी है। बाबा जी की आंदे ने, फरीदा पंख परा होनी, ओ दुनी सुहावा बाग। फरीदा पंख परा होनी, 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 हाँ दुनी सुहावा बाग, दुनी सुहावा बाग। दुनी सुहावा बाग। दुनी सुहावा बाग। दुनी सुहावा बाग, दुनी सुहावा बाग। दुनी सुहावा बाग। दुनी सुहावा बाग। फरीदा पंख परा होनी, 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 दुनी सुहावा बाग। फरीदा
फरीदा पंख पराहुणी फरीदा पंख पराहुणी दुनी सुहावा बाग नौबत वज्जी सुबह स्यों ਚੱਲਣ ਕਾ ਕਰ ਸਾਜ ਤੂੰ ਭਾਈ ਚੱਲਣ ਦੀ ਤਿਆਰੀ ਕਰ। ਰਾਜੇ ਨਿਰਮੋਹੀ ਦੀ ਪਟਰਾਣੀ ਨੇ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਕੋਈ ਦੁੱਖ ਨਾ ਮੰਨਿਆ। ਰਿਸ਼ੀ ਅੱਗੇ ਵਧਿਆ, ਜਾ ਕੇ ਰਾਜੇ ਨਿਰਮੋਹੀ ਨੂੰ ਖਬਰ ਦਿੰਦਾ ਹੈ, ਰਾਜਾ ਮੁਖ ਤੇ ਰਾਮ ਕਹੋ ਪਲ ਪਲ ਘਰੀ ਘਰੀ ਸੁਤ ਖਾਇਓ ਮ੍ਰਿਗਰਾਜ ਨੇ ਮੇਰੇ ਪਾਸ ਮੜੀ। ਤੇਰੇ ਪੁੱਤਰ ਨੂੰ ਸ਼ੇਰ ਨੇ ਖਾ ਲਿਆ, ਉਹਦੀ ਮੜੀ ਮੇਰੀ ਕੁਟੀਆਂ ਦੇ ਕੋਲ ਪਈ ਏ। ਮੈਂ ਤੈਨੂੰ ਇਹ ਖਬਰ ਦੇਣ ਵਾਸਤੇ ਆਇਆ। ਉਹਦਾ ਮੁਰਦਾ ਮੇਰੇ ਕੋਲ ਪਿਆ, ਮੈਂ ਸਵੇਰ ਦਾ ਪ੍ਰਸ਼ਾਦਾ ਵੀ ਨਹੀਂ ਛਕਿਆ। ਜਦੋਂ ਰਾਜੇ ਨਿਰਮੋਹੀ ਨੇ ਇਹ ਖਬਰ ਸੁਣੀ ਤੇ ਉਸ ਰਿਸ਼ੀ ਨੂੰ, ਉਸ ਤਪੀਆ ਨੂੰ ਰਾਜਾ ਨਿਰਮੋਹੀ ਇਉਂ ਕਰਕੇ ਕੀ ਆਂਦਾ, ਉਹ ਜੀ ਤਪੀਆ ਤਪ ਕਿਉਂ ਛੋੜਿਆ, ਹਾਂਜੀ ਇਹਾਂ ਤਨਿਕ ਨਹੀਂ ਸੋਗ। ਤਪੀਆ ਤਪ ਕਿਉਂ ਛੋੜਿਆ, इहाँ तनिक नहीं सोग। तपिया तप क्यों छोड़िया, इहाँ तनिक नहीं सोग। तपिया तप क्यों छोड़िया, इहाँ तनिक नहीं सोग। इहाँ तनिक नहीं सोग, इहाँ तनिक नहीं सोग, इहाँ तनिक नहीं सोग, इहाँ तनिक नहीं सोग। इहाँ तनिक नहीं सोग, इहाँ तनिक नहीं सोग, इहाँ तनिक नहीं सोग, इहाँ तनिक नहीं सोग। इहाँ तनिक नहीं सोग, इहाँ तनिक नहीं सोग, इहाँ तनिक नहीं सोग, इहाँ तनिक नहीं सोग। तपिया तप क्यों छोड़िया, 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 इहाँ तनिक नहीं सोग। ओ वासा जगत सराय का, ओ सभी मुसाफिर लोग। वासा जगत सराय का, सभी मुसाफिर लोग। वासा जगत सराय का, सभी मुसाफिर लोग। वासा जगत सराय का, सभी मुसाफिर लोग। सभी मुसाफिर लोग, सभी मुसाफिर लोग, सभी मुसाफिर लोग। हाँ सभी मुसाफिर लोग, सभी मुसाफिर लोग, सभी मुसाफिर लोग, सभी मुसाफिर लोग। ओ वासा जगत सराय का, सभी मुसाफिर लोग। 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 राजा निर्मोही उस ऋषि ਨੂੰ ਆਖਦਾ ਹੈ, ਤਪਿਆ ਤਪ ਕਿਉਂ ਛੋੜਿਆ, ਇਹਾਂ ਤਨਿਕ ਨਹੀਂ ਸੋਗ। ਤੂੰ ਆਪਣਾ ਤਪ ਕਿਉਂ ਛੱਡ ਕੇ ਆ ਗਿਆ, ਇੱਥੇ ਕੋਈ ਸੋਗ ਵਾਲੀ ਗੱਲ ਨਹੀਂ। ਤਪਿਆ ਤਪ ਕਿਉਂ ਛੋੜਿਆ, ਇਹਾਂ ਤਨਿਕ ਨਹੀਂ ਸੋਗ। ਵਾਸਾ ਜਗਤ ਸਰਾਏ ਕਾ, ਸਭੀ ਮੁਸਾਫਿਰ ਲੋਗ। ਇੱਥੇ ਸਾਰੇ ਮੁਸਾਫਰ ਨੇ, ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ। ਕਿਸੇ ਦੇ ਘਰ ਵਿੱਚ ਪੁੱਤਰ ਪੈਦਾ ਹੋ ਰਿਹਾ ਹੈ, ਕਿਸੇ ਦੇ ਘਰ ਦੇ ਵਿੱਚ ਕੋਈ ਛੱਡ ਕੇ ਚਲਾ ਗਿਆ, ਕੋਈ ਚੜ੍ਹਾਈ ਕਰ ਗਿਆ ਹੈ। ਸੰਸਾਰ ਇਹ ਮੁਸਾਫਰ ਖਾਨਾ ਹੈ। ਉਹ ਤਪਿਆ, ਉਹ ਰਿਸ਼ੀ ਨੇ ਜਦੋਂ ਇਹ ਗੱਲ ਸੁਣੀ ਤੇ ਆਖਣ ਲੱਗਾ, ਕਿਆ ਰਾਜਾ ਕਿਆ ਰੰਕ ਹੈ, ਕਿਆ ਤਪੀ ਕਿਆ ਸੰਨਿਆਸ, ਜਾ ਪਰ ਪ੍ਰਭੂ ਕਿਰਪਾ ਕਰੇ ਤਾਂ ਕੇ ਹਿਰਦੇ ਪ੍ਰਗਾਸ। ਸੱਚੇ ਪਾਤਸ਼ਾਹ ਜਿਹਦੇ ਉੱਤੇ ਤੂੰ ਕਿਰਪਾ ਕਰਦਾ ਹੈ, ਉਹ ਭਾਵੇਂ ਕੋਈ ਰਾਜਾ ਹੈ, ਕੋਈ ਰਿਸ਼ੀ ਹੈ, ਕੋਈ ਤਪਸਵੀ ਹੈ, ਉਹਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਇੱਥੇ ਕਿਸੇ ਨੇ ਨਹੀਂ ਰਹਿਣਾ। ਉਹ ਸੰਸਾਰ ਵਿੱਚ ਸੁੱਖ ਤੇ ਦੁੱਖ ਦੇ ਵਿੱਚ ਇੱਕ ਸਮਾਨ ਰਹਿੰਦਾ ਹੈ। ਰਿਸ਼ੀ ਰਾਜੇ ਨਿਰਮੋਹੀ ਨੂੰ ਪ੍ਰਣਾਮ ਕਰਕੇ ਜੰਗਲ ਵੱਲ ਚਲਾ ਗਿਆ ਤੇ ਮਨ ਦੇ ਵਿੱਚ ਸੋਚਦਾ ਹੈ ਕਿ ਸਾਰਿਆਂ ਦੀ ਪ੍ਰੀਖਿਆ ਕਰ ਲਈਏ, ਇਹ ਰਾਜਕੁਮਾਰ ਅਜੇ ਰਹਿ ਗਿਆ।
जाके राजकुमार नू आखदा है, नृपनंदन सुन बात मम महाशोक की खान, तब पाशे निकसे युद्ध में भई तब कुल की हान। राजकुमार तेरे पिछों गवांढी राजे ने अटैक कर दिता, राजा निर्मोही भी मर गया, तेरी माता भी मर गई, तेरी घरवाली राजकुमारी भी मर गई, कख नहीं बचिया, सारी कुल दा नाश हो गया। ते राजकुमार ने जदों ये गल सुनी ते राजकुमार आखन लगा, आखर लोक कुटुंब ते एक दिन बिछड़न होए, ताते हम पहले तजे संग ना करहु कोई। ओए एक ना एक दिन ते पिता ने छड्ड के जाना ही सी, एक ना एक दिन ते माता ने छड्ड के जाना ही सी, एक ना एक दिन ते विछोड़ा पैना ही सी। इस करके मैं ते पहला ही इस वास्ते तैयार सां, मैं ते पहला ही इन्हां सारियां दा मोह जिहड़ा सी अपने दिल दे विचों मैं कढ दिता सी। इस करके मैं सुख ते दुख दे विच मैं इक्को जिहा रहना। ਉਹ राजकुमार ਦੀਆਂ ਇਹ ਗੱਲਾਂ ਸੁਣ ਕੇ ਉਹ ਜਿਹੜਾ ਤਪੀਆ ਰਿਸ਼ੀ ਸੀ ਢਹਿ ਕੇ ਰਾਜकुमार ਦੇ ਚਰਨਾਂ ਦੇ ਵਿੱਚ ਡਿੱਗ ਪਿਆ ਤੇ ਰਾਜकुमार ਨੂੰ ਬੇਨਤੀ ਕਰਨ ਲੱਗਾ, ਰਾਜकुमार ਮੈਨੂੰ ਸੱਚ-ਸੱਚ ਦੱਸ, ਇਹ ਸਿੱਖਿਆ ਇਹ ਤੁਹਾਨੂੰ ਕਿੰਨੇ ਇਸ ਤਰ੍ਹਾਂ ਦੀ ਵਿਦਿਆ, ਕਿੰਨੇ ਇਸ ਤਰ੍ਹਾਂ ਦਾ ਗਿਆਨ ਦਿੱਤਾ ਕਿ ਇਸ ਤਰ੍ਹਾਂ ਸੁੱਖ ਤੇ ਦੁੱਖ ਦੇ ਵਿੱਚ ਇੱਕੋ ਜਿਹਾ ਰਹਿਣਾ। ਉਹ ਰਾਜकुमार ਆਖਣ ਲੱਗਾ ਕਿ ਮੇਰੀ ਦਾਦੀ ਸੀ ਮਾਤਾ ਮਦਾਲਸਾ, ਜਿਨੇ ਮੇਰੇ ਪਿਤਾ राजे निर्मोही नू इस तरह का ज्ञान, इस तरह दियां लोरियां जमदियां नू दित्तियां। सुद्धो सी, बुद्धो सी, नरंजनो सी, संसार माया परिवर्जितो सी, संसार स्वप्नं तजे मोह निंद्रा मदालसा वाक्यम उवाच पुत्रम। इस तरह दियां लोरियां जमदियां नू कन्नां दे विच जिस बालक दे पै जाण, वो क्यों ना धर्मी बनेगा, वो क्यों ना धर्म दे रस्ते ते तुरेगा। राजकुमार आखन लगा, ये मेरी दादी माता मदालसा ने सानू ये सिक्ख्या दित्ती सी। अज जिस माता राजवंत कौर जी आदि विच आपां जुड़ बैठे हाँ, बहुत धर्मात्मा ये माता सी। रात दे 12 बजे उठ के अपने बिस्तरे का त्याग करके सरोवर तो इशनान करके लंगर दे विच जाके सेवा करनी, भावें मीह होवे, भावें हनेरी होवे, भावें सियाल होवे, भावें गर्मी की रुत होवे, लगातार कोई नागा इस माता ने नहीं पैण दिता। ऐसा जीवन सी इस माता का। सेवा कीती, नाम जपिया, सेवा करके अपने जीवन नू सफल बनाया। ये दो ही रस्ते ने सतसंगी जनों, एक सेवा ते एक सिमरन। ये दो खंभ ने, ये खंभ जिस मनुख दे तन नू लग जाया करदे ने, वो मनुख इन्हां सदा भजो जगदीश, निमख न बिसरा तुमका हर हर। सदा भजो जगदीश, निमख
निमख न बिसरो तुमको हर हर सदा भजो जगदीश। निमख न बिसरो तुमको हर हर सदा भजो जगदीश। भूता माता की आशीष, माता की आशीष, भूता माता की आशीष, माता की आशीष, भूता माता की आशीष, माता की आशीष। भूता माता की आशीष, माता की आशीष। ਮਾਤਾ ਰਾਜਵੰਤ ਕੌਰ ਜੀ ਦੀ ਮਹਾਨ ਸੇਵਾ ਨੂੰ ਪ੍ਰਣਾਮ ਕਰਦਾ ਹੋਇਆ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕਰਦਾ ਹੋਇਆ, ਸੱਚੇ ਪਾਤਸ਼ਾਹ ਕਿਰਪਾ ਕਰਨ, ਇਸ ਮਾਤਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਇੰਨੀਆਂ ਕੁ ਪ੍ਰਾਰਥਨਾ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ 12ਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿਠੇ ਸਾਬ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਾਰਨ ਆਉ ਨਿਧਿ ਆਵੈ ਧਾਇ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ। ਸ੍ਰੀ ਸਤਿਗੁਰੂ ਬਾਲਕ ਸਿੰਘ ਸਿਮਰਿਆ, ਧਰਮ ਦਾ ਮਾਰਗ ਦੀਆ ਬਤਾਏ। ਅਕਾਲ ਪੁਰਖ ਅੰਤਰਜਾਮੀ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਜਮ ਤੋਂ ਲਿਆ ਛਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਸਿਮਰਿਆ, ਟੁੱਟੀ ਲਈ ਮਿਲਾਏ। ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਿਮਰਿਆ, ਸੁੱਚ ਸੋਧ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰਿਆ, ਜਨਮ ਮਰਨ ਦੁਖ ਜਾਏ। ਹਾਜ਼ਰਾ ਹਜ਼ੂਰ ਪੈਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ, ਸਭ ਥਾਈ ਹੋਵੋ ਸਹਾਇ। ਗੁਰੂ ਜੀ ਕੇ 4 ਸਾਹਿਬਜ਼ਾਦੇ, 5 ਪਿਆਰੇ, 40 ਮੁਕਤੇ, 80 ਸ਼ਹੀਦ। ਬੇਅੰਤ ਸ਼ਹੀਦਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚਿੱਤ ਆਵੇ। ਸਤਿਗੁਰੂ ਜੀ ਪਾਤਸ਼ਾਹ, ਅਸੀਂ ਸਦਾ ਹੀ ਭੁੱਲਣਹਾਰ ਜੀਵ ਹਾਂ। ਆਪ ਸਦਾ ਬਖਸ਼ਿੰਦ ਪਿਤਾ ਹੋ, ਦਰੋਂ ਕਰੋਂ ਸਿੱਖੀ ਸਿਦਕ ਬਖਸ਼ ਵੇ। ਮੁਖ ਹੋ ਕੇ ਨਾ ਮਰੀਏ ਪਾਤਸ਼ਾਹ, ਧਰਤੀ ਤੇ ਧਰਮ ਵਰਤਾਓ। ਕੁੱਲ ਸ੍ਰਿਸ਼ਟੀ ਆਪ ਜੀ ਦਾ ਨਾਮ ਜਪੇ, ਕੋਈ ਦੁਖੀਆ ਰਹੀ ਹੀ ਨਾ। ਸਤਿਗੁਰੂ ਜੀ, ਗਊ ਤੇ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਮਹਾਮਲੀਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਦੀਨਾ ਬੰਧੂ ਗਰੀਬ ਨਵਾਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਆਪ ਜੀ ਦੀ ਕਿਰਪਾ ਦੇ ਨਾਲ ਆਪ ਦੀਆਂ ਪਿਆਰੀਆਂ ਸੰਗਤਾਂ ਇਕੱਤਰ ਹੋ ਕੇ ਆਪ ਜੀ ਦੇ ਪਾਵਨ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀਆਂ ਨੇ। ਮਨ ਦੀ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਨਾ ਵਿਸਰੋ ਨਾ ਵਿਸਾਰੋ। ਰੱਖ ਲਓ ਬਖਸ਼ ਲਓ ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।